Hello student, today our topic is key diagram of 66 kV oblique 11 kV substation। मतलब एक सबस्टेशन आ कोई 66 kV ਦਾ ਤੇ 11 kV मतलब ਉੱਥੇ ਆਪਾਂ ਜਿਹੜੀ ਕੀ ਡਾਇਗਰਾਮ ਜਿਹੜੀ ਸਾਡੀ ਡਰਾਇੰਗ ਹੈਗੀ ਉਸ ਸਬਸਟੇਸ਼ਨ ਦੀ ਪਾਰਟਿਕੂਲਰ ਜਿਹੜੀ ਡਰਾਇੰਗ ਹੁੰਦੀ ਹੈਗੀ ਆ ਉਹਨੂੰ ਆਪਾਂ ਕੀ ਡਾਇਗਰਾਮ ਕਹਿੰਦੇ ਆ। ਉਹ ਆਪਾਂ ਉਹਦੇ ਬਾਰੇ ਕੁਝ ਸਮਝਾਂਗੇ ਕਿ ਕਿਸ ਤਰ੍ਹਾਂ ਉਹ ਕੀ ਡਾਇਗਰਾਮ ਜਿਹੜੀ ਹੁੰਦੀ ਆ, ਕਿਸ ਤਰ੍ਹਾਂ ਉਹਦੇ ਸਿੰਬਲਸ ਵਗੈਰਾ ਲੱਗੇ ਹੁੰਦੇ ਹੈਗੇ ਸਾਰੇ। ਇਹਦੇ ਵਿੱਚ ਦੇਖੋ ਮੈਂ ਤੁਹਾਨੂੰ ਪਹਿਲਾਂ ਛੋਟੇ ਪੂਰੀ ਡਾਇਗਰਾਮ ਸਕਰੀਨ ਦੇ ਉੱਤੇ ਲਿਆ ਕੇ ਸਮਝਾ ਰਿਹਾ ਤਾਂ ਕਿ ਤੁਹਾਨੂੰ ਥੋੜ੍ਹਾ ਇਹਦੀ ਰਫ ਆਈਡੀਆ ਹੋਵੇ। ਉਸ ਤੋਂ ਬਾਅਦ ਆਪਾਂ ਇਕੱਲੇ ਇਕੱਲੇ ਪੋਰਸ਼ਨ ਨੂੰ ਸਮਝਾਂਗੇ। ਹੁਣ ਦੇਖੋ ਆਹ ਜਿਹੜੀ ਲਾਈਨ ਜਾ ਰਹੀ ਹੈ ਜਿੱਥੇ ਮੇਰਾ ਕਰਸਲ ਇਸ ਵੇਲੇ ਜਾ ਰਿਹਾ, ਪੂਰੇ ਦਾ ਪੂਰਾ ਕਰਸਲ ਇੱਦਾਂ ਕਰਕੇ ਲਾਈਨ ਜਾ ਰਹੀ ਹੈ। ਇਹ ਹੈ 66 kV ਬੱਸ ਬਾਰ 1, ਠੀਕ ਹੈ। ਇਸੇ ਦਾ ਇਹਦੇ ਬਿਲਕੁਲ ਥਰਡੇ ਪਾਸੇ ਇੱਕ ਲਾਈਨ ਜਾ ਰਹੀ ਆ ਪੂਰੀ ਦੀ ਪੂਰੀ। ਇਹ ਹੈ 66 kV ਬੱਸ ਬਾਰ 2, ਦੋ ਬੱਸ ਬਾਰਸ ਹੈਗੀਆਂ, ਇੱਕ ਬੱਸ ਬਾਰ 1 ਤੇ ਇੱਕ ਬੱਸ ਬਾਰ 2, ਠੀਕ ਹੈ। ਹੁਣ ਇਹ ਦੋਨੇ ਬੱਸ ਬਾਰਸ ਨੂੰ ਇਸ ਪੋਰਸ਼ਨ ਦੇ ਨਾਲ ਆ ਦੇਖੋ ਇੰਨਾ ਜਿੱਥੇ ਮੈਂ ਇਸ ਵੇਲੇ ਚਲਾ ਰਿਹਾ ਹੈਗਾ, ਇਹ ਆ ਕਰਸਰ ਇੱਥੋਂ 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 ਇੰਨਾ, ਠੀਕ ਹੈ। ਇਹ ਹੈ ਬੱਸ ਬਾਰ ਕਪਲਰ। ਬੱਸ ਬਾਰ ਕਪਲਰ ਦਾ ਮਤਲਬ ਹੁੰਦਾ ਕਿ ਆਪਾਂ ਪਹਿਲਾਂ ਪੜ੍ਹਿਆ ਡੁਪਲੀਕੇਟ ਬੱਸ ਬਾਰ ਦੇ ਵਿੱਚ ਦੋ ਜਦੋਂ ਪੈਰਲਲ ਬੱਸ ਬਾਰ ਚੱਲਦੀਆਂ ਹੈਗੀਆਂ ਤਾਂ ਉਹਨਾਂ ਨੂੰ ਦੋਨਾਂ ਨੂੰ ਇੱਕ ਸਾਈਡ ਤੋਂ ਆਪਾਂ ਜੋੜਦੇ ਨੇ, ਇੱਕ ਸਾਈਡ ਤੋਂ ਓਪਨ ਰੱਖਦੇ ਹਾਂ। ਦੇਖੋ ਆਹ ਸਾਈਡ ਓਪਨ ਰੱਖੀ ਹੋਈ ਆ, ਇੱਧਰ ਸਾਈਡ ਤੋਂ ਆਪਾਂ ਸਰਕਟ ਬ੍ਰੇਕਰ ਦੇ ਥਰੂ ਦੇਖੋ ਆਈਸੋਲੇਟਰ, ਸਰਕਟ ਬ੍ਰੇਕਰ, CD ਕਰੰਟ ਟਰਾਂਸਫਾਰਮਰ ਤੇ ਇਹਦੇ ਨਾਲ ਇਹਨੂੰ ਜੋੜਿਆ ਹੋਇਆ, ਠੀਕ ਹੈ। ਹੁਣ ਉਸ ਤੋਂ ਬਾਅਦ ਆੜਾ ਸੈਂਟਰ ਵਾਲਾ ਪੋਰਸ਼ਨ 4 ਲੱਗੇ ਹੋਏ ਦੇਖੋ ਇਹਦੇ ਵਿੱਚ ਕੀ ਆ, ਆੜੇ ਦੋ ਪੋਰਸ਼ਨ ਹੈਗੇ ਆ। ਇਹ ਇੱਕ ਆਊਟ ਗੋਇੰਗ ਹੈਗੀ 66 kV ਲਾਈਨ ਦੀ ਸਿੱਧੀ ਪਿੱਛੋਂ ਸਪਲਾਈ ਆਈ 66 kV ਆਪਾਂ ਅੱਗੇ ਸਵਿਚਿੰਗ ਕਰਕੇ ਅੱਗੇ ਦੇ ਦਿੱਤੀ, ਠੀਕ ਹੈ। ਇਸੇ ਤਰ੍ਹਾਂ ਹੀ ਆੜੀ ਸਪਲਾਈ ਆ, ਇਹ ਇੱਕ ਅਲੱਗ ਸਪਲਾਈ ਆਪਾਂ ਆਊਟ ਗੋਇੰਗ ਦਿੱਤੀ ਹੋਈ ਹੈ, ਲੇਕਿਨ ਇਹ ਹੈਗੀ 11 kV ਦੀ ਆਊਟ ਗੋਇੰਗ, ਠੀਕ ਹੈ। ਇੱਕ ਇੱਧਰਲੇ ਪਾਸੇ ਔਰ ਇੱਕ ਇੱਧਰਲੇ ਪਾਸੇ ਨੂੰ ਜਿਹੜੀ ਜਾ ਰਹੀ ਆ ਇਹ 11 kV ਦੀ ਆਊਟ ਗੋਇੰਗ ਹੈਗੀ ਆ। ਇਸ ਦਾ ਪੂਰੀ ਡਾਇਗਰਾਮ ਜਿਹੜੀ ਆ ਇਹਨੂੰ ਆਪਾਂ ਕੀ ਡਾਇਗਰਾਮ ਕਹਿੰਦੇ ਆ, ਇਹਦੇ ਬਾਰੇ ਮੈਂ ਹੁਣ ਆਪਾਂ ਥੋੜ੍ਹਾ ਹਲਕਾ ਡਾਇਗਰਾਮ ਮੈਂ ਵੱਡਾ ਕਰਦਾ, ਦੇਖੋ ਤੇ ਵੱਡਾ ਕਰਕੇ ਫਿਰ ਤੁਹਾਨੂੰ ਉਹਨੂੰ ਸਮਝਾਉਣਾ, ਤੁਹਾਨੂੰ ਹੋਰ ਜ਼ਿਆਦਾ ਕਲੈਰਿਟੀ ਆਏਗੀ। ਹੁਣ ਇਸ ਵੇਲੇ ਤੁਹਾਡੀ ਸਕਰੀਨ 'ਤੇ ਕਲੀਅਰ ਦਿਖਦਾ ਪਿਆ, ਦੇਖੋ ਹੁਣ ਬਹੁਤ ਥੋੜ੍ਹਾ ਕਲੀਅਰ ਹੋ ਗਿਆ। ਇਸ ਵੇਲੇ ਜਿਹੜੀ ਮੈਂ ਮੇਨ ਪੋਰਸ਼ਨ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਤੁਹਾਨੂੰ ਉਹ ਹੈ, ਇੱਕ ਮਿੰਟ, ਹਾਂਜੀ। ਹੁਣ ਇਸ ਵੇਲੇ ਜਿਹੜਾ ਵੱਡਾ ਪੋਰਸ਼ਨ ਕੀਤਾ ਦੇਖੋ ਡਾਇਗਰਾਮ, ਉਹ ਹੈ ਇਨਕਮਿੰਗ ਪੋਰਸ਼ਨ। ਜਿਹੜਾ ਇਨਕਮਿੰਗ ਲਾਈਨ ਜਿਹੜੀ ਮੈਂ ਤੁਹਾਨੂੰ ਪਹਿਲਾਂ ਸਮਝਾਈ ਸੀ, ਆ ਦੋ ਬੱਸ ਬਾਰਸ ਨੂੰ ਇਨਕਮਿੰਗ ਜਿਹੜੀ ਇਸ ਬੱਸ ਬਾਰ ਨੂੰ ਚਾਰਜ ਕਰੂਗੀ ਸਪਲਾਈ, ਉਹ ਆਪਾਂ ਡਿਸਕਸ ਕਰਦੇ ਹਾਂ। ਹੁਣ ਇਹਦੇ ਵਿੱਚ ਦੇਖੋ ਕੀ ਆ ਕਿ ਇਹ ਹੈ 66 kV ਇਨਕਮਿੰਗ 1, 66 kV ਦੀ ਇਨਕਮਿੰਗ 1। ਇਹ ਹੈਗਾ 66 kV ਇਨਕਮਿੰਗ 2, ਦੋ ਇਨਕਮਿੰਗਸ ਆ, ਇੱਕ ਇਨਕਮਿੰਗ 1 ਤੇ ਇਨਕਮਿੰਗ 2, ਠੀਕ ਹੈ। ਆਪਾਂ ਪਹਿਲਾਂ ਇੱਕ ਨੂੰ ਡਿਸਕਸ ਕਰਦੇ ਹਾਂ, ਸੇਮ ਹੀ ਦੂਜੀ ਹੈਗੀ ਆ, ਕੋਈ ਫਰਕ ਨਹੀਂ ਹੈ। ਸੇਮ ਇੰਸਟਰੂਮੈਂਟਸ ਜੋ ਇੱਧਰ ਲੱਗਾ ਸਮਾਨ ਉਹੀ ਇੱਧਰ ਸਮਾਨ ਸਾਰਾ ਲੱਗਾ ਹੋਇਆ। ਇਹਦੇ ਵਿੱਚ ਦੇਖੋ ਕੀ ਆ ਕਿ ਸਭ ਤੋਂ ਪਹਿਲਾਂ ਆਪਾਂ ਕੋਈ ਇਨਕਮਿੰਗ ਲਾਈਨ ਜਿੱਥੋਂ ਵੀ ਕਿਤੋਂ ਆ ਰਹੀ ਹੈ, ਸਾਨੂੰ ਸਬਸਟੇਸ਼ਨ ਤੋਂ ਆ ਰਹੀ ਆ ਜਾਂ ਕਿਸੇ ਪਾਵਰ ਹਾਊਸ ਤੋਂ ਆ ਰਹੀ ਆ, ਇੰਨੀ ਸਾਨੂੰ ਪਤਾ ਕਿਉਂਕਿ ਇੱਥੇ ਮੈਂਸ਼ਨ ਨਹੀਂ ਕੀਤਾ। ਜਿਹੜੀ ਇਨਕਮਿੰਗ 1 ਆਈ ਦੇਖੋ ਸਭ ਤੋਂ ਪਹਿਲਾਂ ਕਿੱਥੇ ਆਈ, ਆਈਸੋਲੇਟਰ। ਇਹਨੂੰ ਆਪਾਂ ਕਹਿੰਦੇ ਆ ਆਈਸੋਲੇਟਰ ਦਾ ਸਿੰਬਲ ਹੈਗਾ, ਆਈਸੋਲੇਟਰ 1 ਲੱਗਾ, ਇੱਕ ਆਈਸੋਲੇਟਰ ਇੱਥੇ ਲਗਾਤਾ। ਇਸ ਤੋਂ ਬਾਅਦ ਇਹ ਸਪਲਾਈ ਸਿੱਧੀ ਆਪਾਂ ਦੇਤੀ ਸਰਕਟ ਬ੍ਰੇਕਰ ਨੂੰ, ਠੀਕ ਹੈ। ਇਹ ਸਰਕਟ ਬ੍ਰੇਕਰ ਦਾ ਸਿੰਬਲ ਹੋ ਗਿਆ। ਸਰਕਟ ਬ੍ਰੇਕਰ ਤੋਂ ਇੱਕ ਪਾਸੇ ਆਪਾਂ ਅਰਥਿੰਗ ਕੀਤੀ ਹੈ, ਲਾਈਨ ਨੂੰ ਅਰਥ ਕੀਤਾ ਹੋਇਆ, ਠੀਕ ਹੈ। ਹੁਣ ਇਹ ਜਿਹੜਾ ਪੂਰਾ ਸਰਕਟ ਬ੍ਰੇਕਰ ਆ, ਇਹ ਸਿੰਬਲ ਹੈ, ਲੇਕਿਨ ਸਰਕਟ ਬ੍ਰੇਕਰ ਕਿਹੜਾ ਇੱਥੇ ਮੈਂਸ਼ਨ ਨਹੀਂ ਕੀਤਾ ਹੋਇਆ ਕਿ ਆਇਲ ਸਰਕਟ ਬ੍ਰੇਕਰ ਸੀਗਾ ਜਾਂ 에ਅਰ ਬਲਾਸਟ ਹੈ ਜਾਂ SF6 ਹੈਗਾ ਜਾਂ ਵੈਕਿਊਮ ਹੈ, ਇੱਥੇ ਕੋਈ ਮੈਂਸ਼ਨ ਨਹੀਂ ਕੀਤਾ, ਬਟ ਇਹ ਸਿੰਬਲ ਨਿਕਲ ਲੱਗਾ ਹੈ ਸਰਕਟ ਬ੍ਰੇਕਰ ਦਾ, ਠੀਕ ਹੈ। ਇਸ ਤੋਂ ਬਾਅਦ ਸਪਲਾਈ ਜਿਹੜੀ ਦੇਖੋ ਥੱਲੇ ਨੂੰ ਆਈ, ਥੱਲੇ ਆਣ ਕੇ ਇਹ ਕੀ ਚੀਜ਼ ਆ, ਇਹ ਹੈ CT, ਇਹ ਹੈ CT ਲਿਖਿਆ ਇੱਥੇ PT ਹੈ ਨਾ, ਐਕਚੁਅਲੀ PT ਕਿਹੜਾ ਆ ਉਹ ਇੱਧਰਲਾ ਹੈ, ਆਹ ਵਾਲਾ PT ਹੈ ਔਰ ਆਹ ਜਿਹੜਾ CT, ਜਿਹੜਾ ਸੀਰੀਜ਼ 'ਚ ਲੱਗਾ ਹੋਏਗਾ CT ਹੋਏਗਾ, ਜਿਹੜਾ ਪੈਰਲਲ 'ਚ ਲੱਗਾ ਹੋਇਆ ਅਰਥ ਦੇਖੋ ਇੱਕ ਵਾਰ ਸਪਲਾਈ ਦੇ ਤੋਂ ਅਰਥ ਕੀਤਾ, ਇਹ ਮਤਲਬ ਪੈਰਲਲ 'ਚ ਲੱਗਾ ਹੋਇਆ ਇਹ PD ਹੋਏਗਾ, ਠੀਕ ਹੈ। ਇੱਕ PD ਇੱਧਰ ਲੱਗਾ ਹੋਇਆ, ਇੱਕ PD ਬਿਲਕੁਲ ਥੱਲੇ ਪਾਸੇ, ਇਹ PD ਜਿਹੜਾ ਲਾਈਨ ਬਣਦਾ ਹੈਗਾ ਬੱਸ ਬਾਰ ਬਣਦਾ ਹੈਗਾ ਤੇ ਇਹ ਬੱਸ ਬਾਰ 2 ਦਾ PT ਹੈਗਾ। PD ਦਾ ਕੀ ਕੰਮ ਹੁੰਦਾ, ਪੋਟੈਂਸ਼ੀਅਲ ਟਰਾਂਸਫਾਰਮਰ, ਵੋਲਟੇਜ ਨੂੰ ਡਾਊਨ ਕਰਨਾ। 66 kV ਲਾਈਨ ਜਿਹੜੀ ਆ ਇਹ ਆਪਾਂ 110 ਵੋਲਟ 'ਤੇ ਲੈ ਆਉਂਦੇ ਆ, ਕਿਉਂਕਿ 66 kV ਲਾਈਨ ਜਿਹੜੀ ਆਪਾਂ ਕੰਟਰੋਲ ਪੈਨਲਸ ਦੇ ਵਿੱਚ ਇੰਨੀ ਹਾਈ ਸਪਲਾਈ ਨਹੀਂ ਭੇਜ ਸਕਦੇ ਹੈਗੇ, ਠੀਕ ਹੈ ਨਾ। ਸਪਲਾਈ ਸਾਡੀ ਜਾਏਗੀ 110। ਹੁਣ 110 ਵੋਲਟ ਸਟੈਪ ਡਾਊਨ ਕਰਨ ਲਈ ਆਪਾਂ PD ਯੂਜ਼ ਕਰਦੇ ਹਾਂ, ਠੀਕ ਹੈ। ਇਸੇ ਦੇ CD ਹੈ, CD ਦੇ ਵਿੱਚ ਦੇਖੋ ਇੱਥੇ ਰੇਸ਼ੋ ਕਿੰਨੀ ਲਿਖੀ ਆ 800, ਠੀਕ ਹੈ ਤੇ 1। ਹੁਣ ਇਹਦੀ ਜਿਹੜੀ ਟਰਾਂਸਫਾਰਮਰ ਰੇਸ਼ੋ ਹੈ 801 ਮੀਨ ਦਾ ਮਤਲਬ ਜਿਹੜਾ ਇਹਦਾ ਪ੍ਰਾਇਮਰੀ ਕਰੰਟ ਹੋਏਗਾ ਅਗਰ 800 ਹੋਏਗਾ ਤਾਂ ਸੈਕੰਡਰੀ ਜਿਹੜਾ ਪੈਨਲ ਦੇ ਵਿੱਚ ਜਾਏਗਾ, ਸੈਕੰਡਰੀ ਸਾਈਡ ਜਿਹੜੀ ਆ ਉਹ 1 ਐਂਪੀਅਰ ਕਰੰਟ ਹੋਏਗੀ। ਇਹਨੂੰ ਆਪਾਂ ਕਹਿੰਦੇ PD ਔਰ ਇਹਨੂੰ ਕਹਿੰਦੇ ਆ CD ਦੋ ਲੱਗੇ ਆ ਦੋਨਾਂ ਲਾਈਨਾਂ ਦੇ ਅਲੱਗ-ਅਲੱਗ। PT ਜਿਹੜਾ ਆ PT 2 ਲੱਗੇ ਆ ਤੇ CD ਜਿਹੜਾ ਦੋਨਾਂ ਲਈ ਕਾਮਨ ਹੈਗਾ। ਹੁਣ ਇੱਥੋਂ ਸਪਲਾਈ ਆਈ
जिदा हम पहला एक बारी आइसोलेटर, फिर अर्थिंग, सर्किट ब्रेकर, सीटी, पीटी और सीटी के थ्रू सप्लाई कितने गई देखो सेंटर च एक बस बार उपर आ, एक बस बार थले आ, दोनों सेंटर च सप्लाई देती। हुण दोनों बस बार जिहड़ियां एनर्जाइज हो गई कि थ्रू एस आइसोलेटर के थ्रू उपरली बस बार 1 तो एस आइसोलेटर के थ्रू थर्डी बस बार 2। ठीक है, हम दोनों एनर्जाइज हो गए एस सप्लाई के नाल 1 दे नाल। सेम देखो अगर इनू देखोगे तो तुम सेम चीज़ा देखो, ये भी उदा आइसोलेटर, इधर भी आइसोलेटर, इधर भी सर्किट ब्रेकर, इधर भी सर्किट ब्रेकर, यदा भी स्विच अर्थिंग स्विच, यदा भी अर्थिंग स्विच, यदा भी सी टी, यदा भी सॉरी यदा भी पी टी, यदा भी सॉरी यदा भी सी टी, यदा भी सी टी और आ यदा पी टी, यदा थले लाइन का पी टी अलग लगा। ठीक है, और इतों सप्लाई सी टी तो हो गए सीधी कितने निकल गई सेंटर में आके, जिदा आ सेंटर सप्लाई देती सी इदा ये वाली भी सेंटर देती। यदा आइसोलेटर एक उपर एक थले, आइसोलेटर 1 फॉर बस बार 1, आइसोलेटर 2 फॉर बस बार 2। हुण देखो सारी जी सप्लाई आ पूरी का पूरा जो पोर्शन है ये तुहानूं मैं समझाता है, ये है इनकमिंग। हुण जी इस इनकमिंग के नाल साड़ियाँ दोनों बस बार जड़ियाँ वो एनर्जाइज हो गई किन्ने वोल्ट ते 66 kV की यह एक बस बार बन गई। हुण इत्थों लैके एंड तक जिथे तक सप्लाई जाती है ये सारी जी है 66 kV की लाइन बने, चाहे तुम सप्लाई इतों फिनिशिंग तो ले लो चाहे स्टार्टिंग तो ले लो। इस दे विच जी सप्लाई वोल्टेज है वो जी 66 kV होएगी पूरे दे पूरी लाइन दे विच। ठीक है, हुण आ जाओ इधरले पासे, वट इज़ दिस इज बस कपलर, इन्हों आप कहने बस कपलर। ये बस कपलर है जोड़ा कि दोनों बस जड़ियाँ है इन्हों आपस में जोड़ता है थ्रू सर्किट ब्रेकर। देखो ध्यान यह है 66 kV बस 1। हुण आप बस 1 तो शुरू किया, आइसोलेटर आ गया, उपर गए, उपर जाने तो बाद इत्थे थले आ गया सर्किट ब्रेकर आ गया, सर्किट ब्रेकर 66 kV सर्किट ब्रेकर लिखा ना, और इस तो बाद थले आ गए ये आ गया CT करंट ट्रांसफार्मर, ये भी 800/1 मतलब 800/1 का मतलब यदि प्राइमरी 800 अगर एम्पीयर्स है करंट फ्लो करता तो सैकेंडरी कितना आएगा 1 एम्पीयर। इतों सीधी सप्लाई थले चल गई, थले आइसोलेटर लगा और ये कितने लगा है 66 kV बस 2 दे विच। ठीक है, हुण दोनों लाइनस दोनों बस बार्स इलैक्ट्रिक अरेस्टर लगा के आपां जी आसमानी बिजली आ तो इन्हू सेव किया। देखो इलैक्ट्रिक अरेस्टर 1 उपरले वास्ते लगा होया तो आ लाइटिंग अरेस्ट जोड़ा है थल्ली बस वाले अलग अलग 2 लाइटिंग अरेस्टर लगा के आप पूरी बस नूं दोनों बसिस नूं आपस में जोड़िया होया, कपलिंग की हुई है थ्रू आइसोलेटर और सॉरी सर्किट ब्रेकर। हुण इस तो बाद देखो पहला आप पढ़िया सीगा, पहला आप डिस्कस किया कि इनकमिंग लाइन आड़ी इनकमिंग लाइन सी, फिर आप डिस्कस कर लिया जोड़े बस कपलर। हुण की होया कि बस कपलर दे नाल और इस इनकमिंग सप्लाई नाल साड़ियाँ दोनों सप्लाई दोनों जिहड़ियां बस बार्स आ वो एनर्जाइज हो गई। ठीक है, हुण आप चलते हैं आ पोर्शन। देखो ये पोर्शन की है, इन्हूं आप थोड़ा होर उपर कर लें, इत्थे लैके आओ। ठीक है, हुण देखो यदी चलो पहले इत्थों समझो, पहला यदी देखो सप्लाई कितों आ रही है आ पोर्शन, ये जिद्दां आपां इहनूं सेंटर च सप्लाई दित्ती इदां ही सेंटर चों सप्लाई लै लई। हुण क्योंकि आउटगोइंग बनी ना, देखो आउटगोइंग 66 kV लाइन हुण आउटगोइंग बनी है, इस करके सेंटर चों सप्लाई चुकी। ठीक है, और एक सप्लाई दी सीधी दी कितने देखो आउटगोइंग 66 kV तक बाहरले पासे आउटगोइंग नूं सप्लाई चल गई। ये भी आप इदां ही सब तो पहला की लाया, हुण आ आइसोलेटर लगा क्योंकि सप्लाई इधरों आ रही है, जां जे इधरों आ रही तो आ लगा, ਇਹਦਾ मतलब एक आइसोलेटर हो गया। ठीक है, उस तो बाद CT हो गया एस लाइन का। हुण ਉਹ CT ਕਿਹੜਾ ਸੀ इनकमिंग लाइन का। हुण एस लाइन ਨੂੰ सेव कर ਲਈ ਇਹਦੀਆਂ प्रोटेक्शन डिवाइसिस जो भी आप लगानी है उन्होंने सेव करनी, एक CT लगाता। CT के बाद सर्किट ब्रेकर आ गया, सर्किट ब्रेकर के बाद आइसोलेटर आ गया, आइसोलेटर की सप्लाई जी आउटगोइंग बाहर चल गई। इस तरह एक आउटगोइंग होर किसी फीडर में जा रही होनी है, वो भी सेम इस आ देखो वो भी सेम इस तरह ही इतों सेंटर तो सप्लाई चक्की। ठीक है, सेंटर जाके CT आ गया, CT तो बाद सीधी सप्लाई देखो सर्किट ब्रेकर, सर्किट ब्रेकर तो आइसोलेटर, आइसोलेटर तो सप्लाई है सीधी बाहर चल गई। इदां ये भी आप अर्थ कर दिता थले नूं। ठीक है जी, हुण ये जिहड़े आ ये तुहाडी बन गई एक सर्किट बन गया आउटगोइंग, एक पर्टिकुलर आ वाला इन्ना पोर्शन, बस इस तो ज़्यादा नहीं है। ठीक है ना, इन्ना। हुण आप दे दें दूजा पोर्शन। हुण आ वाला पोर्शन देखो की है, ये वाला पोर्शन है आ देखो एक भी लाइन देख लो 260 mm² ACSR बस कंडक्टर, मतलब जो आप बस बनाई हुई है ਇਹਦਾ ਜਿਹੜਾ ਬੱਸ ਦਾ ਸਾਈਜ਼ ਆ ਕੰਡਕਟਰ ਦਾ ਇਹ ਹੈ 260 mm², मतलब ਇਹਦਾ ਏਰੀਆ क्रॉस ਸੈਕਸ਼ਨ ਜਿਹੜਾ ਐਲੂਮੀਨੀਅਮ ਕੋਰ ਸਟੀਲ ਰੇਨਫੋਰਸ ਕੰਡਕਟਰ ਹੈਗਾ, ਇਹਦਾ ਏਰੀਆ ਕਿੰਨਾ 260 mm²। ਠੀਕ ਹੈ, ਹੁਣ ਇਹ ਬੱਸ ਬਾਰ ਜਿਹੜੀ ਆ ਪਹਿਲਾਂ ਆਪਾਂ ਆਹ ਵਾਲਾ ਪੋਰਸ਼ਨ ਸਮਝਿਆ, ਹੁਣ ਆਹ ਜਿਹੜਾ ਦੋ ਹੈਗੇ ਆ ਇਹ ਕੀ ਚੀਜ਼ ਆ,
ਇਹ ਵੀ ਬੱਸ ਬਾਰ ਸੇਮ ਇੱਕ ਉੱਪਰ 1 ਤੇ ਥੱਲੇ 2 ਇਹਨਾਂ ਨੂੰ ਆਪਸ ਕਪਲਿੰਗ ਮਦਦ ਦੇ ਥਰੂ ਜਿਹੜਾ ਜੋੜਿਆ ਹੋਇਆ। ਸਪਲਾਈ ਲੈਣ ਲਈ ਆਪਾਂ ਸੈਂਟਰ ਪੁਆਇੰਟ ਚੂਜ਼ ਕਰ ਲਿਆ। ਇੱਥੋਂ ਸਪਲਾਈ ਜਿਹੜੀ ਆ ਆਊਟਗੋਇੰਗ ਗਈ, ਦੇਖੋ ਕਿੱਧਰ ਨੂੰ ਗਈ, ਇਹ ਇੱਥੇ ਆ ਗਈ। ਠੀਕ ਹੈ, ਇੱਥੇ ਕੀ ਆਇਆ ਸਭ ਤੋਂ ਪਹਿਲਾਂ ਕਰੰਟ ਟਰਾਂਸਫਾਰਮਰ, ਦੇਖੋ ਨੇ ਇਹਦੀ ਰੇਸ਼ੋ ਹੁਣ ਚੇਂਜ ਹੋ ਗਈ। ਇਹ ਹੋ ਗਿਆ 200/1 मतलब 200 एम्पीयर करंट अगर प्राइमरी साइड ते फ्लो करेगा तो सैकेंडरी साइड दे विच 1 आ जाएगा। इसे ते 200 ते सैकेंडरी विच 1 एम्पीयर। उस तो बाद आ गया 66 kV दे सक्का ब्रेकर आ दो लाइन्स जा रही हैं इसके दोनों के अलग अलग। एक सक्का ब्रेकर इधर आ गया, एक सक्का ब्रेकर जिहड़ा वो इधर लग गया। ठीक है, हुण इहदे विच देखो पहलां आपां जिहड़ा देखिया सी इधरले पासे, हुण इधरले आए ने पहलां एक ट्रांसफार्मर देखदे हां। हुण आ आई सक्का ब्रेकर बाद आ गया ट्रांसफार्मर। देखो ना ये ट्रांसफार्मर है ਇਹਦੀ रेटिंग देखो कितनी है 66 kV/11 kV। ਇਹਦਾ मतलब इस ट्रांसफार्मर की जी कॉन्फिगरेशन है ਜਾਂ स्पैसीफिकेशन देंगे वो 66 kV का ट्रांसफार्मर है। और ये सैकेंडरी ਇਹਦੀ हैगी आ 11 kV। प्राइमरी 66 तो सैकेंडरी 11 kV आ। और आड़ा पोर्शन उपरले पासे आड़ा पोर्शन है इन्ना देखो ये की लिखा LA, ये की है लाइटनिंग अरेस्टर। ठीक है, इत्थे आपां इहनूं लाइटनिंग अरेस्टर दे नाल अर्थ किया होया। ठीक है, हुण इस पोर्शन दे विच जिथे मेरा इस वेले कर्सर चलिया जिहड़ा ट्रांसफार्मर दी वाइंडिंग है इहदे विच 66 kV सी। और इहनूं आपां ट्रांसफॉर्मेशन दे थ्रू प्रिंसीपल दे थ्रू आपां इहनूं ट्रांसफर कीता तो इस वाइंडिंग दे विच कितनी आ गई है 11 kV। हुण ये 11 kV दी लाइन दा अलग देखो इस 11 kV दा अलग एक CT लगाया, CT अलग लगा होया। ये है 1200/600/5 एम्पीयर। मतलब यदि जी सैकेंडरी करंट होएगा 5 एम्पीयर होएगा तो प्राइमरी साइड जी जां 1200 ते ला सकते आप तो जां इनू 600 ते। हुण ये 11 kV की लाइन बन गई। देखो हुण 11 kV की लाइन इत्थों गई, इत्थों गई, इत्थों गई, PT आ गया, आ PT लग गया इस 11 kV का लाइन। आ देखो हुण इत्थों जा रही लाइन जिद्दां जिद्दां जा रही है ये जाके किहड़ी बन गई, देखो ये 11 kV बस, ये बन गई 11 kV की बस। ठीक है, हुण 11 kV का बस मतलब क्या हुण आ एक बस सी 66 kV की, हुण आपां स्टैप डाउन करके बनती 11 kV की बन गई। ठीक है लाइन। हुण 11 kV दे एक आउटपुट, दूजी आउटपुट ते तीजी आउटपुट, ये आउटपुट्स जा रही हैं। देखो थल्ले लिखा आउट गोइंग सर्किट्स। ठीक है, इन्हां दे अपने CT लगे आ, हर एक दिन देखो रेटिंग अलग अलग आ। हुण ये CT जिहड़ा आ इहदी रेटिंग है 100/50/5। मतलब अगर 100 एम्पीयर करंट फ्लो करेगा तो दूजे पासे 5 एम्पीयर करंट फ्लो करेगा। ये भी इदा ही देखो आप पहले स्विच लगाया इन्हूं ऑन ऑफ करने लई, फिर सक्का ब्रेकर, फिर CT, फिर स्विच, फिर सप्लाई बार। इदा तीनों सप्लाई का जी डायग्राम हैगी। हुण तुसीं फिर इधरले पासे आ जाओ, सेम मतलब डिटो ही चीज़ है, कोई चेंज नहीं। यही ट्रांसफार्मर इदा ही सेम वही चीज़ आ रही। सप्लाई उपरों आई, CT लग गया 200 बनता, फिर CT तो बाद ट्रांसफार्मर सक्का ब्रेकर आ गया, फिर उस बाद लाइटनिंग अरेस्टर आ गया, लाइटनिंग अरेस्टर बाद ट्रांसफार्मर आ गया। इसकी रेटिंग कितनी है देखो 66/11 kV। इसका मतलब जो इधरले पासे 66 kV सप्लाई आ तो इधर 11 kV सप्लाई बन के फिर CT लग गया 1200/600/5। ये CT लग के सप्लाई जी इधर नूं गई, इतों दे सप्लाई देखो इधर नूं कित्थे पहुँच गई, आ एक बन गई बस। ये आ पूरी पूरी एक बस बन गई और ये बस हैगी 11 kV बस। जिदा उपर हम 66 kV बस सी, ये बन गई 11 kV क्योंकि ट्रांसफार्मर के थ्रू 11 kV के थ्रू सप्लाई आ रही है। ठीक है, सक्का ब्रेकर हो गया, सक्का ब्रेकर का ये बन गई पूरी पूरी बस बार जी आड़ी पूरी बस बार है 11 kV बस बार। हुण इत्थों इदा ही सेम जिदा उधर आप देखे सेम इस तरह 3 आउटपुट की दी हुई फर्दर जी सप्लाई भेजनी है कितने भी जिथे भी गई होगी। ये है ये स्विच लगा आ, सक्का ब्रेकर लगा आ, CT लगा आ, तो फिर सक्का ब्रेकर लगा और 3 सप्लाइयाँ जड़ियाँ आउटगोइंग जा रही हैं। हुण इन्हां दोनों बस बार आपस में जोड़न लई देखो की कीता आपां आ एक बस कपलर लगाता। ठीक है, हुण इदां कंप्लीट होया सर्कल देखो। ठीक है, इत्थों इदां फिर इदां फिर इदां फिर इदां इत्थों जाके उपरों जाके इहदे थ्रू जिहड़ा है सप्लाई जिहड़ी कंप्लीट हो गई। इसका मतलब आ गया बस बार कपलर, 2 बस बार कपलर लगे, एक 66 kV का बस बार कपलर जिहड़ा कि आपां पहला देख चुके हैं। देखो आ वाला, ठीक है, 66 kV का बस बार कपलर लगा तो जो थड़ा लगा आ वाला जोड़ा ये है 11 kV का बस बार का कपलर आ आइसोलेटर, सक्का ब्रेकर, आइसोलेटर तो इधर कपलिंग कर दी। ठीक है जी, इस तरह ये जी की डायग्राम्स होंदियां। ये ज़्यादा तुहाडा मेन जो देखने वाली चीज़ या समझने वाली चीज़ आ कि देखो हर ट्रांसफार्मर को सेव करने लई मतलब वो एक CT लगाया, एक उपर CT लगाया, इदा सारिਆਂ ਨੂੰ PT ਤੇ CT लगा के ਆਪਾਂ सारिਆਂ ਦੀ वोल्टेजेस ਤੇ करंट्स वगैरह लैके जिन्ने ने सानू रिक्वायरमेंट के मुताबिक चाहिए आ ये आप सारे
ਵੋਲਟੇਜ ਤੇ ਕਰੰਟ ਜਿਹੜੀ ਹੈ ਇਹ ਪੈਨਲ ਬਾਕਸ ਦੇ ਵਿੱਚ ਲੈ ਜਾਂਦੇ ਹਾਂ, ਉੱਥੋਂ ਗਾਂ ਫਿਰ ਰਿਲੇਜ਼ ਵਗੈਰਾ ਲਾ ਕੇ ਜੋ ਵੀ ਫੰਕਸ਼ਨ ਜਿਹੜਾ ਉਹ ਹੁੰਦਾ ਹੈ। ਇਹ ਹੈ ਕੀ ਡਾਇਗਰਾਮ ਆਫ ਇਹ 66 kV / 11 kV ਸਬ ਸਟੇਸ਼ਨ। ਆ ਦੇਖੋ ਪੂਰੀ ਕੀ ਡਾਇਗਰਾਮ, ਠੀਕ ਹੈ ਜੀ, ਪੂਰੀ ਦੀ ਪੂਰੀ ਇਹ ਕੀ ਡਾਇਗਰਾਮ ਹੈਗੀ ਆ। ਇਹਦੇ ਵਿੱਚ ਸਾਰੇ ਪਾਰਟਸ ਵਗੈਰਾ ਜੋ ਲਿਖੇ ਆ ਤੁਸੀਂ ਇੱਕ ਵਾਰੀ ਧਿਆਨ ਨਾਲ ਆਪ ਦੇਖਿਓ, ਸਮਝਿਓ। ਜੇ ਨਹੀਂ ਕੋਈ ਚੀਜ਼ ਲੱਗੀ ਹੋਊਗੀ ਪਤਾ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੈਗੇ ਆ, ਠੀਕ ਹੈ ਜੀ। ਧੰਨਵਾਦ।